ਤਖਤ ਚਬਰ ਛਤਰ ਦਾ ਮਾਲਕ, ਸ਼ਬਦ ਗੁਰੂ ਅਵਤਾਰ, ਗੁਰਗੱਦੀ ਤੇ ਬਿਰਾਜਮਾਨ, ਬਾਣੀ ਬੋਹਿਤ, ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਜੋ ਆਪਾਂ ਚਿਰਾਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਜੀਵਨ ਦੀਆਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਹਾਂ। ਆਓ ਅੱਜ ਵੀ ਉਸ ਇੱਕ ਲੜੀ ਦਾ ਹਿੱਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਾਵਨ ਜੀਵਨ ਵਿੱਚੋਂ ਕੁਝ ਕੁ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ, ਤਾਂ ਕਿ ਆਇਆ ਸਾਡਾ ਸੰਸਾਰ ਤੇ ਸਫਲ ਹੋ ਜਾਵੇ। ਦਿਨ ਦੇ ਦੁੱਖਾਂ, ਕਲੇਸ਼ਾਂ, ਚਿੰਤਾਵਾਂ, ਰੋਗਾਂ, ਸੋਗਾਂ, ਕਾੜਿਆਂ ਸਾੜਿਆਂ ਤੋਂ ਬਚ ਜਾਈਏ। ਜਮਾਂ ਦੀ ਮਾਰ ਤੋਂ ਬਚ ਜਾਈਏ। ਅੱਜ ਉਹ ਸੁਣਦੇ ਦੇਖਦੇ ਆ ਰਹੇ ਆਪਾਂ ਨਿੱਤ 84 ਲੱਖ ਗੰਦੀਆਂ ਮੰਦੀਆਂ ਟੇਢੀਆਂ ਮੇਢੀਆਂ ਜੂਨੀਆਂ, ਇਹਨਾਂ ਤੋਂ ਵੀ ਆਪਣਾ ਬਚਾਓ। ਆਪਾਂ ਕਈ ਵਾਰ ਵਿਚਾਰ ਕਰਦੇ ਪਿਆਰਿਓ, ਬਚਾਵ ਕੇਵਲ ਗੱਲਾਂ ਦੇ ਨਾਲ ਨਹੀਂ, ਕੁਝ ਪੜ੍ਹਾਂਗੇ, ਕੁਝ ਸੁਣਾਂਗੇ, ਕੁਝ ਵਿਚਾਰਾਂਗੇ, ਕੁਝ ਨਾ ਕੁਝ ਮਿਹਨਤ ਕਰਨੀ ਪਊ। ਮਿਹਨਤ ਕਰਾਂਗੇ ਤੇ ਇੰਨੇ ਚਿਰਾਂ ਦੀ, ਇੰਨੇ ਜਨਮਾਂ ਦੀ ਲੱਗੀ ਹੋਈ ਮੈਲ ਸਾਡੇ ਮਨ ਨੂੰ, ਸਾਡੇ ਕੀਤੇ ਪਾਪ ਕਰਮਾਂ ਦੀ, ਤਾਂ ਜਾ ਕੇ ਧੁੱਪ ਸਕਦੀ ਨਹੀਂ ਤੇ ਨਹੀਂ। ਪਹਿਲੇ ਸਾਡੇ ਕੋਲ ਥੋੜਾ ਜਿਹਾ ਸਮਾਂ ਹੈ, ਬਿਲਕੁਲ ਥੋੜਾ ਸਮਾਂ। ਇੱਕ ਬੰਨੇ ਅਸੀਂ 1 ਲੱਖ ਵਸਤੂ ਰੱਖ ਦਈਏ, ਇੱਕ ਬੰਨੇ 100 ਰੱਖ ਦਈਏ, ਤੇ ਬਹੁਤ ਵੱਡਾ ਅੰਤਰ ਹੈ ਨਾ। ਜਿਸ ਤਰ੍ਹਾਂ ਦਾ ਆਪਾਂ ਮੰਨ ਲੈਂਦੇ ਹਾਂ ਵੀ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਦੇ ਨਾਲ 1.25 ਲੱਖ ਦੇ ਨਾਲ ਇੱਕ ਲੜਾਤਾ। ਕਿੱਥੇ 1.25 ਲੱਖ ਤੇ ਕਿੱਥੇ ਇੱਕ। ਇਹ ਤੇ ਯੁੱਗਾਂ ਦੀ ਗੱਲ ਸੀ ਨਾ। ਸਤਿਯੁਗ ਦੇ ਵਿੱਚ 1,00,000 ਸਾਲ ਦੀ ਉਮਰ ਸੀ, ਅੱਜ ਕੱਲ੍ਹ ਯੁੱਗ ਦੇ ਅੰਦਰ 100 ਸਾਲ ਦੀ। ਤੇ ਜਿਹੜੇ ਯੁੱਗ ਪੁਰਸ਼ ਹੁੰਦੇ ਪਿਆਰੇ, ਯੁੱਗ ਨੂੰ ਬਦਲਣ ਵਾਲੇ, ਯੁੱਗ ਦੀ ਚਾਲ ਨੂੰ ਬਦਲਣ ਵਾਲੇ, ਹੁਣ ਇੱਕ ਪਾਸੇ 1,00,000 ਆ, ਇੱਕ ਪਾਸੇ 100 ਆ। ਹੁਣ ਇਹਦੋਂ ਵੱਡੀ ਗਿਣਤੀ ਕਰਤੀ ਪਾਤਸ਼ਾਹ ਨੇ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ। ਹੁਣ 1.25 ਲੱਖ ਦੇ ਨਾਲ ਇੱਕ ਲੜਾ। ਇਹ ਸਪਰਿਟ, ਇਹ ਕਰੰਟ, ਇਹ ਤਾਕਤ ਕਿਹਦੀ ਸੀ? ਕਿ ਉਸ ਮਨੁੱਖ ਦੀ ਸੀ? ਨਹੀਂ ਨਹੀਂ ਪਿਆਰੋ, ਤੇ ਤਾਕਤ ਗੁਰੂ ਦੀ ਸੀ। ਗੁਰੂ ਏਡਾ ਵੱਡਾ ਸਮਰੱਥ, ਗੁਰੂ ਜੁਗਾਂ ਜੁਗੰਤਰਾਂ ਦੀ ਚਾਲ ਨੂੰ ਬਦਲਣ ਵਾਲਾ ਹੈ। ਜਿਹੜਾ ਜੁਗਾਂ ਜੁਗੰਤਰਾਂ ਦੀ ਚਾਲ ਨੂੰ ਬਦਲਣ ਵਾਲਾ ਹੋਵੇ, ਕੀ ਉਹ ਸਾਡੇ ਪਾਪ ਨਹੀਂ ਕੱਢ ਸਕਦਾ?
ਸਾਡੇ ਕਿਉਂ ਨਹੀਂ ਕੱਟੇ ਗਏ? ਅਸੀਂ ਪਾਪਾਂ ਦੇ ਕਾਰਨ ਦੁੱਖ ਭੋਗ ਰਹੇ ਨਾ, ਕੀਤੇ ਪਾਪ ਕਰਮਾਂ ਦੇ ਕਾਰਨ ਅਸੀਂ ਦੁੱਖ ਭੋਗ ਰਹੇ ਹਾਂ। ਏਡਾ ਵੱਡਾ ਸਾਡਾ ਗੁਰੂ ਸਮਰੱਥ ਹੋਵੇ, ਜਿਹੜਾ 1.25 ਲੱਖ ਨਾ ਇੱਕ ਨੂੰ ਉਡਾਉਣ ਵਾਲਾ ਹੋਵੇ, ਇਹ ਤੇ ਯੁੱਗਾਂ ਵਿੱਚ ਵੀ ਨਹੀਂ ਕਦੇ ਹੋਇਆ। ਸਰੀਰਕ ਤੌਰ ਤੇ ਸੰਸਾਰ ਤੋਂ ਜਾਣ ਤੋਂ ਬਾਅਦ ਵੀ ਜਿਹੜਾ ਜੇਲ੍ਹ ਵਿੱਚੋਂ ਬੰਦੇ ਕੱਢ ਲਵੇ, ਕਵੇ ਫੜ ਦੋ ਘੋੜੇ ਦੀ ਰਕਾਬਾਂ, ਕਿਲੇ ਤੋਂ ਬਾਹਰ ਚੱਲਦੇ ਆਪਾਂ, ਹੈ ਕੋਈ ਪ੍ਰਤੱਖ ਮਿਸਾਲ ਹੈ, ਪ੍ਰਤੱਖ ਮਿਸਾਲ ਹੈ। ਏਡਾ ਵੱਡਾ ਗੁਰੂ ਵੀ ਪਿਆਰਿਓ, ਤੇ ਸਾਡਾ ਭਲਾ ਨਾ ਹੋਵੇ, ਅਸੀਂ ਦੁੱਖਾਂ ਗ੍ਰਸਤੀ ਤੋਂ ਬਚ ਨਾ ਸਕੀਏ, ਕਦੇ ਹੋ ਨਹੀਂ ਨਾ ਸਕਦਾ ਹੈ। ਕਿ ਕਿਤੇ ਘਾਟ ਪਈ, ਇਹ ਘਾਟ ਸਾਡੇ ਵਿਸ਼ਵਾਸ ਤੇ ਪੈ ਗਈ। ਅਸੀਂ ਗੁਰੂ ਤੇ ਪੂਰਨ ਤੌਰ ਤੇ ਵਿਸ਼ਵਾਸ ਨਹੀਂ ਕੀਤਾ। ਥੋੜਾ ਜਿਹਾ ਮਨ ਗੁਰੂ ਵਾਲੇ ਪਾਸੇ, ਥੋੜਾ ਜਿਹਾ ਮਨ ਦੂਜੇ ਪਾਸੇ, ਦਵੈਤ ਵਿੱਚ ਜੀ ਰਹੇ, ਦਵੈਤ ਵਿੱਚ। ਦੁਬਿਧਾ ਵਿੱਚ ਜੀ ਰਹੇ ਹੋ। ਜੇ ਦੁਬਿਧਾ ਵਿੱਚ ਨਾ ਜੀਂਦੇ, ਪੂਰਨ ਵਿਸ਼ਵਾਸ ਤੇ ਜੀਂਦੇ, ਉਹ ਤੇ ਅੱਜ ਵੀ ਪ੍ਰਤੱਖ ਹੈ। ਅੱਜ ਵੀ ਸਾਡੇ ਜਨਮਾਂ ਦੀ ਮਨੰਤਰ ਮੈਲ ਧੋ ਸਕਦੇ। ਇੱਕ ਆਪਾਂ ਪਹਿਲਾਂ ਵਿਚਾਰ ਕਰਨ ਲੱਗੇ ਸੀ, ਵਿੱਚੇ ਰਹਿ ਗਈ ਸੀ। ਮਸ਼ਕੀਨ ਸੰਤ ਮਸ਼ਕੀਨ ਸਿੰਘ, ਸੰਤ ਸਿੰਘ ਮਸ਼ਕੀਨ, ਬਹੁਤ ਮਸ਼ਹੂਰ ਵਿਦਵਾਨ, ਕਥਾਵਾਚਕ ਕੋਈ, ਤੁਹਾਨੂੰ ਸਭ ਨੂੰ ਪਤਾ ਹੋਣਾ। ਉਹਨਾਂ ਦੀ ਜਾੜ ਦੇ ਅੰਦਰ ਇੰਨੀ ਭੀੜ ਉੱਠੀ ਕਿ ਕਥਾ ਕਰਨ ਨੂੰ ਮਜਬੂਰ ਹੋ ਗਏ। ਕਥਾ ਅੱਧ ਵਿੱਚ ਛੱਡਣੀ ਪੈ ਗਈ ਉਹਨਾਂ ਨੂੰ। ਉਸੇ ਜਿੱਥੇ ਕਥਾ ਕਰਨ ਗਏ ਸੀ, ਉੱਥੇ ਇੱਕ ਮੁਸਲਮਾਨ ਰੱਬ ਦਾ ਪਿਆਰਾ ਵੀ ਰਹਿੰਦਾ ਸੀ ਉਸ ਪਿੰਡ ਵਿੱਚ। ਤੇ ਉਹ ਮਸ਼ਕੀਨ ਸਾਹਿਬ ਦੀ ਕਥਾ ਜਿਹੜੀ ਸੀ, ਉਹ ਬਾਹਰ ਬੈਠ ਕੇ ਸੁਣਦਾ ਹੁੰਦਾ ਸੀ। ਗੁਰਦੁਆਰੇ ਨਹੀਂ ਸੀ ਆਉਂਦਾ, ਬਾਹਰ ਕਥਾ ਬੈਠ ਕੇ ਸੁਣਦਾ ਸੀ। ਜਦ ਕਥਾ ਅੱਧ ਵਿੱਚ ਸਮਾਪਤ ਹੋ ਗਈ, ਦੇਖੋ ਜਿਹੜਾ ਗੁਰਦੁਆਰੇ ਨਹੀਂ ਸੀ ਆਉਂਦਾ, ਬਾਹਰ ਬੈਠ ਕੇ ਕਥਾ ਸੁਣਦਾ ਸੀ ਆਪਣੇ ਘਰ, ਉਹ ਚੱਲ ਕੇ ਗੁਰਦੁਆਰੇ ਸਾਹਿਬ ਆਇਆ ਜਿੱਥੇ ਮਸ਼ਕੀਨ ਸਾਹਿਬ ਕਥਾ ਕਰਦੇ ਸੀ। ਪੁੱਛਿਆ ਵੀ ਅੱਜ ਕਥਾ ਪਹਿਲਾਂ ਕਿਉਂ ਸਮਾਪਤ, ਕੀ ਕਾਰਨ ਹੋ ਗਿਆ? ਸੇਵਾਦਾਰ ਕਹਿਣ ਲੱਗੇ ਕਿ ਮਸ਼ਕੀਨ ਸਾਹਿਬ ਦੀ ਦਾੜ ਬੜੀ ਦੁਖਦੀ ਸੀ ਤੇ ਬੋਲਿਆ ਨਹੀਂ ਸੀ ਜਾਂਦਾ, ਤਾਂ ਕਰਕੇ ਕਥਾ ਜਿਹੜੀ ਵਿੱਚੇ ਛੱਡਣੀ ਪਈ। ਵਿਸ਼ਵਾਸ ਦੀ ਗੱਲ ਕਰ ਰਹੇ ਪਿਆਰੇ। ਆਪਾਂ ਵਿਸ਼ਵਾਸ ਕਰਾਂਗੇ ਤੇ ਗੁਰੂ ਕਰਨਹਾਰ ਹੈ, ਸਮਰੱਥ ਹੈ। ਜੇ ਵਿਸ਼ਵਾਸ ਕਰਾਂਗੇ ਤੇ ਕੁਝ ਵੀ ਨਹੀਂ। ਵਿਸ਼ਵਾਸ ਕਰਨ ਤੇ ਖੁਦਾ ਹੈ, ਰੱਬ ਹੈ, ਵਿਸ਼ਵਾਸ ਕਰਨ ਤੇ ਕੁਝ ਵੀ ਨਹੀਂ। ਉਹ ਕਹਿੰਦੇ ਇਹ ਕਿਹੜੀ ਗੱਲ ਹੈ? ਮੁਸਲਮਾਨ ਵੀਰ ਕਹਿਣ ਲੱਗਾ ਕਿਹੜੀ ਗੱਲ ਹੈ? ਮੈਂ ਹੁਣ ਮੰਤਰ ਪੜ੍ਹਦਾ ਹੈ, ਕੀੜਾ ਬਾੜ ਜਾਊ ਤੇ ਤੁਹਾਡੀ ਦਾੜ ਠੀਕ ਹੋ ਜੂ।
ਮਸਕੀਨ ਸਾਹਿਬ ਕਹਿਣ ਲੱਗੇ ਵੀ ਦਾੜ ਤੇਰੀ ਹਟਣੀ ਨਹੀਂ ਵੀਰ ਤੇਰੇ ਕੋਲੋਂ, ਕਿਉਂਕਿ ਮੰਤਰਾਂ ਦੀ ਕੀ ਦਾੜ ਹੈ, ਇਹਦੇ ਵਿੱਚ ਕੀੜਾ ਹੈ, ਮੰਤਰ ਕੀ ਕਰਦੇ। ਹੁਣ ਉਹ ਤਾਂ ਇੱਕ ਬਿਮਾਰੀ ਵਿੱਚ ਲੈ ਕੇ ਗਏ ਆਪਣੀ ਦਾੜ ਨੂੰ, ਵੀ ਕੀੜੇ ਦੇ ਨਾਲ ਹੋਣ ਕਰਕੇ ਦਾੜ ਦਰਦ ਕਰਦੀ। ਹੁਣ ਉਧਰ ਮੁਸਲਮਾਨ ਵੀਰ ਨੂੰ ਵੀ ਆਪਣੇ ਮੰਤਰ ਤੇ ਪੂਰਨ ਵਿਸ਼ਵਾਸ, ਉਹਨੇ ਵੀ ਜਿੰਨੇ ਕਿਸੇ ਤੇ ਜਿੰਨਿਆਂ ਵੀ ਬੰਦਿਆਂ ਤੇ ਮੰਤਰ ਪੜ੍ਹੇ ਉਹਨਾਂ ਦੀ ਦਾੜਾਂ ਹਟ ਗਈਆਂ। ਕੋਈ ਹੋ ਜਾਂਦੀ ਸੀ ਜਿਹਦੀ ਦਾੜ ਨਹੀਂ ਹਟੀ, ਕਿਉਂਕਿ ਲੋਕ ਜ਼ਿਆਦਾ ਸਿੱਧੇ ਸਾਦੇ ਲੋਕ ਸੀ, ਵਿਸ਼ਵਾਸ ਹੀ ਕਰ ਦਿੰਦੇ ਸੀ ਪੱਕਾ, ਜਿਸ ਤੇ ਕਰਦੇ ਸੀ ਵਿਸ਼ਵਾਸ ਪੱਕਾ ਕਰ ਦਿੰਦੇ ਸੀ। ਹੁਣ ਇਹਨਾਂ ਗੱਲਾਂ ਤੇ ਵਿਸ਼ਵਾਸ ਮਸਕੀਨ ਸਾਹਿਬ ਦਾ ਨਹੀਂ ਸੀਗਾ। ਉਹਨੇ ਇੱਕ ਵਾਰੀ ਮੰਤਰ ਪੜ੍ਹਿਆ, ਦਾੜ ਨਹੀਂ ਠੀਕ ਹੋਈ। ਪੁੱਛਿਆ ਮਸਕੀਨ ਜੀ ਦਾੜ ਹਟੀ, ਕੁਝ ਦਰਦ ਦਾ ਫਰਕ ਪਿਆ? ਕਹਿੰਦੇ ਨਹੀਂ। ਕਹਿੰਦੇ ਚਲੋ ਆਪਾਂ ਇੱਕ ਵਾਰੀ ਹੋਰ ਪੜ੍ਹਦੇ ਨੇ। ਦੁਬਾਰੇ ਫਿਰ ਮੰਤਰ ਪੜ੍ਹਨ ਲੱਗ ਗਏ। ਆਪਣੀ ਮੰਤਰ ਵਾਲੀ ਕਿਰਿਆ ਨੂੰ ਪੂਰਾ ਕਰਕੇ ਕਹਿਣ ਲੱਗਾ ਹੁਣ ਮਸਕੀਨ ਜੀ ਦਰਦ, ਉਹ ਕਹਿੰਦੇ ਜੀ ਵੱਧ ਰਹੀ ਹੈ, ਘਟ ਨਹੀਂ ਰਹੀ। ਕਹਿੰਦਾ ਚਲੋ ਕਦੇ ਇੱਕ ਵਾਰੀ ਪਾਇਆ ਸੀ, ਕਦੇ 2 ਵਾਰ ਕਿਸੇ ਨੇ ਪਾਇਆ ਨਹੀਂ ਸੀ, ਚਲੋ ਆਪਾਂ 3 ਵਾਰੀ ਮੰਤਰ ਹੋਰ ਪੜ੍ਹਦੇ ਨੇ। ਤੀਜੀ ਵਾਰ ਫਿਰ ਮੰਤਰ ਪੜ੍ਹਨ ਲੱਗ ਗਿਆ। ਉਹ ਆਪਣੇ ਨੇ ਪੂਰੀ ਕਿਰਿਆ ਕੀਤੀ, ਜੜ ਵੱਧਦੀ ਗਈ, ਦਰਦ ਤੋਂ ਜ਼ਿਆਦਾ ਵੱਧਦੀ ਗਈ। ਮਸਕੀਨ ਸਾਹਿਬ ਕਹਿਣ ਲੱਗੇ ਚਲੋ ਕਿਸੇ ਡਾਕਟਰ ਕੋਲ ਚੱਲਦੇ ਹਾਂ, ਇਹਨਾਂ ਮੰਤਰਾਂ ਦੇ ਨਾਲ ਕੀ ਹੋਣਾ ਹੈ। ਉਸ ਮੁਸਲਮਾਨ ਨੇ ਪਤਾ ਕੀ ਕਿਹਾ ਸੀ? ਉਹ ਕਹਿੰਦਾ ਮਸਕੀਨ ਜੀ ਜਿਹੜੇ ਵਿਸ਼ਵਾਸ ਕਰਕੇ ਮੇਰੇ ਕੋਲ ਆਏ, ਕਦੇ ਦੂਜੀ ਵਾਰ ਮੰਤਰ ਪੜ੍ਹਨ ਦੀ ਲੋੜ ਨਹੀਂ ਪਈ। ਤੁਹਾਡੇ ਤੇ ਮੈਂ 3 ਵਾਰ ਮੰਤਰ ਪੜ੍ਹਿਆ, ਤੁਹਾਨੂੰ ਕੋਈ ਅਸਰ ਨਹੀਂ ਹੋਇਆ। ਕਾਰਨ ਕਿ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਸੀ, ਵਿਸ਼ਵਾਸ ਨਹੀਂ ਸੀ। ਅਸੀਂ ਗੁਰੂ ਕੋਲੋਂ ਕੋਈ ਮੰਗਦੇ ਪਿਆਰਿਓ, ਗੁਰੂ ਤੇ ਸਮਰੱਥ ਹੈ, ਸਾਡੇ ਕੋਲ ਵਿਸ਼ਵਾਸ ਨਹੀਂ, ਸਾਡੇ ਕੋਲ ਭਰੋਸਾ ਨਹੀਂ। ਆਣ ਕੇ ਗੁਰੂ ਦੇ ਅੱਗੇ ਝੋਲੀ ਫੈਲਾਈ, ਜੇ ਗੁਰੂ ਤਾਂ ਝੋਲੀ ਭਰਦਾ ਏ, ਪਰ ਸਾਡੀ ਝੋਲੀ ਪਾਟੀ ਹੋਈ ਸੀ। ਗੁਰੂ ਨੇ ਵਸਤੂ ਪਾਤੀ ਸਾਡੀ ਝੋਲੀ, ਝੋਲੀ ਪਾਟੀ ਥੱਲੇ ਲੱਗੀ, ਨਹੀਂ ਸੰਭਾਲ ਸਕੇ, ਉਹਨੂੰ ਦੇਖ ਨਹੀਂ ਸਕੇ ਵੀ ਪਾਇਆ ਹੋਇਆ ਫਲ ਝੋਲੀ ਵਿੱਚੋਂ ਥੱਲੇ ਡਿੱਗਿਆ। ਝੋਲੀ ਭਾਵੇਂ ਫੈਲਾ ਦੀ ਤਾਂ ਕੀ ਹੋ ਗਿਆ? ਵੈਸੇ ਝੋਲੀ ਵਿੱਚ ਹੀ ਪੈਂਦਾ ਨਾ ਜੋ ਪਾਵਾਂਗੇ, ਕੋਈ ਚੀਜ਼ ਪਾਉਣੀ ਤਾਂ ਕਿਸੇ ਵਸਤੂ ਵਿੱਚ ਹੀ ਪਾਵਾਂਗੇ ਨਾ। ਮੰਨ ਲਓ ਕੋਈ ਬਰਤਨ ਟੁੱਟਾ ਹੋਇਆ, ਅਸੀਂ ਉਹਦੇ ਵਿੱਚ ਦੁੱਧ ਪਾਉਣੇ, ਦੁੱਧ ਪਵਾ ਲਿਆ ਸੀ, ਟੁੱਟੇ ਬਰਤਨ ਵਿੱਚੋਂ ਸਾਰਾ ਦੁੱਧ ਵਗ ਗਿਆ। ਦੁੱਧ ਪਾਉਣ ਵਾਲੇ ਦਾ ਤਾਂ ਕੋਈ ਕਸੂਰ ਨਹੀਂ, ਕਸੂਰ ਸਾਡਾ ਵੀ ਨਹੀਂ, ਕਿਉਂ ਅਸੀਂ ਤੇ ਬਰਤਨ ਵਿੱਚ ਪਵਾਇਆ। ਪਰ ਬਰਤਨ ਟੁੱਟਾ ਹੋਇਆ ਸੀ, ਸਾਡਾ ਵਿਸ਼ਵਾਸ ਟੁੱਟਾ ਹੋਇਆ ਸੀ। ਆਪਾਂ ਵਿਚਾਰ ਕਰਦੇ ਸਾਂ ਕੱਲ੍ਹ ਵੀ ਗੁਰੂ ਤਾਂ ਮੈਲ ਜਨਮਾਂ ਜਨਮਾਂਤਰਾਂ ਦੀ ਮੈਲ ਕੱਟਣ ਨੂੰ ਤਿਆਰ ਹੈ ਤੇ ਸਮਰੱਥ ਹੈ।
ਪਰ ਸਾਨੂੰ ਮੰਗਣਾ ਨਹੀਂ ਹੈ, ਸਾਨੂੰ ਲੈਣਾ ਨਹੀਂ ਹੈ। ਅਸੀਂ ਮੈਲ ਉਹਨਾਂ ਕੋਲੋਂ ਧਵਾ ਨਹੀਂ ਸਕੇ। ਉਹ ਤੇ ਇੱਕ ਨਿਗਾਹ ਦੇ ਨਾਲ ਕਰ ਸਕਦੇ ਸੀ, ਪਰ ਅਸੀਂ ਆਪਣੀ ਨਿਗਾਹ ਹੀ ਨਹੀਂ ਪੈਣ ਦਿੱਤੀ ਗੁਰੂ ਦੀ ਆਪਣੇ ਤੇ। ਨਾ ਵਿਸ਼ਵਾਸ ਹੋਣ ਕਰਕੇ ਅਸੀਂ ਆਪਣੇ ਗੁਰੂ ਦੀ ਨਿਗਾਹ ਹੀ ਨਹੀਂ ਪੈਣ ਦਿੱਤੀ। ਸਾਡਾ ਮਨ ਹੀ ਡੋਲਦਾ ਰਿਹਾ ਬੈਠੇ ਦਾ। ਵੀ ਜੇ ਗੁਰੂ ਕੋ ਹੋ ਗਿਆ ਠੀਕ ਹੈ, ਸਾਡਾ ਕੰਮ ਨਹੀਂ ਆ ਗਿਆ ਤਾਂ ਗੁਰੂ ਵਰਗੇ ਸੰਸਾਰ ਵਿੱਚ ਬਹੁਤ ਤੁਰੇ ਫਿਰਦੇ ਹੋ, ਹੋਰ ਕਿਸੇ ਕੋਲ ਚਲੇ ਜਾਓਗੇ, ਹੋਰ ਤੇ ਭਰੋਸਾ ਕਰ ਦੇਵਾਂਗੇ। ਪਰ ਜਿਹੜਾ ਪੂਰਦੇ ਆ, ਪੂਰਾ ਸਮਰੱਥ ਹੈ ਜਿਹੜਾ, ਉੱਤੇ ਭਰੋਸਾ ਕਰਨਾ ਔਖਾ, ਕਿਉਂਕਿ ਉਹ ਕਿਸੇ ਨੂੰ ਮਜਬੂਰ ਨਹੀਂ ਕਰਦਾ। ਗੁਰੂ ਦਾ ਕੰਮ ਹੈ ਪੈਰੋਂ ਮਾਰਗ ਦੱਸਣਾ। ਗੁਰੂ ਦੇ ਮਾਰਗ ਦੱਸਦੇ ਚੱਲਾਂਗੇ, ਮੰਜ਼ਿਲ ਤੇ ਪਹੁੰਚ ਜਾਵਾਂਗੇ। ਗੁਰੂ ਸਾਨੂੰ ਸਾਡੇ ਜਨਮਾਂ ਜਨਮਾਂਤਰਾਂ ਦੀ ਮੈਲ ਕੱਢਣ ਦਾ ਰਸਤਾ ਦੱਸਦਾ, ਢੰਗ ਦੱਸਦਾ, ਤਰੀਕਾ ਦੱਸਦਾ ਹੈ। ਬਕਾਇਦਾ ਨਵੀਆਂ ਤੋਂ ਨਵੀਆਂ ਉਦਾਹਰਨਾਂ ਦੇ ਕੇ ਅਸੀਂ ਨਾ ਕਟਾਉਣਾ ਚਾਹੁੰਦੇ ਹੋਈਏ ਮੈਲ, ਨਹੀਂ ਨਾ ਕੱਟੀ ਜਾ ਸਕਦੀ। ਇਹ ਸਾਡੇ ਬੀਜ ਬੀਜੇ ਹੋਏ ਪਾਪ ਕਰਮਾਂ ਦੇ ਦੁੱਖ ਨੇ। ਆਪਾਂ ਕੱਲ ਥੋੜ੍ਹੀ ਵਿਚਾਰ ਕੀਤੀ ਸੀ, ਕਰਮਾਂ ਪਾਂਡਵਾਂ ਨੂੰ ਆਪਾਂ ਸਾਰਿਆਂ ਨੇ ਸੁਣਿਆ ਹੋਏਗਾ। ਕੈਰਮਾਂ ਦਾ ਵਡੇਰਾ ਧ੍ਰਿਸ਼ਟਰਾਸ਼ਟਰ ਜਨਮ ਤੋਂ ਅੰਧਾ, ਜਨਮ ਤੋਂ ਅੰਨਾ, ਆਪ ਬੈਠਾ ਹੈ, ਪ੍ਰਾਣੀ ਅਵਸਥਾ ਹੋ ਗਈ, ਬੁਢਾਪਾ ਆ ਗਿਆ, ਮਹਾਭਾਰਤ ਦਾ ਯੁੱਧ ਸ਼ੁਰੂ ਹੋ ਗਿਆ। ਉਸ ਮਹਾਭਾਰਤ ਦੇ ਯੁੱਧ ਵਿੱਚ ਉਹਦਾ 100 ਪੁੱਤਰ ਸੀ, 100 ਪੁੱਤਰ ਦਾ 100 ਪੁੱਤਰ ਮਰ ਗਿਆ। ਤੇ ਪਿਆਰਿਓ, ਪੈਰ 'ਚ ਕੰਡਾ ਵੱਜ ਜਾਵੇ ਤੇ ਦਰਦ ਸਹਾਰਨੀ ਔਖੀ ਹੈ। ਜਿਹਦਾ 100 ਪੁੱਤਰ ਮਰ ਜਾਵੇ, ਕੋਈ ਘਰ 'ਚ ਸਫਾਈ ਕਰਨ ਵਾਲਾ, ਕੋਈ ਜੋਤ ਜਗਾਉਣ ਵਾਲਾ ਨਾ ਰਹਿ ਜਾਵੇ, ਜੋਤ ਹੀ ਖਤਮ ਹੋ ਜਾਵੇ, ਬੰਸ ਹੀ ਖਤਮ ਹੋ ਜਾਵੇ, ਉਹਨੂੰ ਕਿੰਨਾ ਸਦਮਾ ਹੋਊਗਾ। ਜਦੋਂ ਅੰਨਾ ਸੀ ਉਦੋਂ ਇੰਨੀ ਚਿੰਤਾ ਨਹੀਂ ਸੀ, ਤੇ ਜਦੋਂ ਹੁਣ 100 ਪੁੱਤਰ ਸਾਹਮਣੇ ਮਰਿਆ ਤੇ ਬਹੁਤ ਜ਼ਿਆਦਾ ਬੇਅੰਤ ਦੁੱਖ ਹੋਇਆ। ਪਹਿਲਾਂ ਉਸੇ ਕ੍ਰਿਸ਼ਨ ਭਗਵਾਨ ਦੇ ਕੋਲ ਰਹਿੰਦਾ ਸੀ, ਮਿਲਦੇ ਜੁਲਦੇ ਗੱਲਾਂ ਬਾਤਾਂ ਕਰਦੇ, ਸਾਰੀ ਉਮਰ ਵਿੱਚ ਭਗਵਾਨ ਨੂੰ ਪੁੱਛ ਨਹੀਂ ਸਕਿਆ, ਭਗਵਾਨ ਕ੍ਰਿਸ਼ਨ ਨੂੰ, ਵੀ ਮੇਰੇ ਜਨਮ ਕੀਤੇ ਹੋਏ ਪਾਪ ਕਰਮਾਂ ਦੀ ਮੈਲ ਲਾ ਦੇ। ਨਹੀਂ ਕਹਿ ਸਕੇ, ਕਿਉਂਕਿ ਫਲ ਭੁਗਤਣਾ ਪੈਣਾ ਸੀ ਨਾ, ਬੀਜੇ ਉਹ ਕਰਮਾਂ ਦਾ ਫਲ ਭੋਗਣਾ ਪੈਣਾ ਸੀ। ਕਿਵੇਂ ਕਹਿ ਸਕਦਾ ਸੀ? ਉਧਰਲੇ ਪਾਸੇ ਨੂੰ ਧਿਆਨ ਹੀ ਨਹੀਂ ਗਿਆ। ਨਹੀਂ ਤੇ ਮਹਾਭਾਰਤ ਯੁੱਧ ਤੋਂ ਪਹਿਲਾਂ ਵੀ ਕਹਿ ਸਕਦਾ ਸੀ। ਭਗਵਾਨ ਨੂੰ ਪਤਾ ਸੀ, ਭਗਵਾਨ ਵੀ ਭਗਵਾਨ ਹੈ, 16 ਕਲਾ ਸੰਪੂਰਨ ਹੈ, ਭਗਵਾਨ ਦੀ ਏਡੀ ਵੱਡੀ ਜੋਤ ਦੇ ਵਿੱਚ ਹਾਜ਼ਰ ਆ, ਪਤਾ ਸੀ। ਤੇ ਜੇ ਉਹ ਚਾਹੁੰਦਾ ਵੀ ਇਹ ਮਹਾਭਾਰਤ ਦਾ ਯੁੱਧ ਨਾ ਹੋਵੇ ਤੇ ਰੁਕ ਸਕਦਾ ਸੀ। ਭਗਵਾਨ ਜੁੜਾ ਹੋਇਆ, ਭਗਵਾਨ
16 ਕਣਾ ਤੂੰ ਅਵਤਾਰ, ਏਡੀ ਵੱਡੀ ਤਾਕਤ ਉਹਦੀ, ਰੱਬੀ ਤਾਕਤ ਉਹਦੇ ਵਿੱਚ, ਤੂੰ ਜੰਗ ਨੂੰ ਟਾਲ ਨਹੀਂ ਸੀ ਸਕਦਾ, ਟਾਲ ਸਕਦਾ ਸੀ। ਜੇ ਗੌਤਮ ਰਿਸ਼ੀ ਵਰਗਾ ਇੱਕ ਯੁੱਗ ਨੂੰ ਟਾਲ ਸਕਦਾ ਹੈ, ਯੁੱਗਾਂ ਦਾ ਦਾਣਾ ਪਾਣੀ, ਜੀਵਾਂ ਦਾ 84 ਲੱਖ ਜੂਨ ਦਾ ਦਾਣਾ ਪਾਣੀ ਯੁੱਗ ਪਿੱਛੇ ਅੱਗੇ ਕਰ ਸਕਦਾ ਹੈ, ਜਿਹੜੇ ਜੀਵ ਅੱਜ ਆਉਣੇ ਸੀ ਉਹ ਕੱਲ੍ਹ ਨੂੰ ਆਉਣ ਜਾਂ 100 ਸਾਲ ਨੂੰ ਆਉਣ, ਤੇ ਅਚੰਭੇ ਵਾਲੀ ਗੱਲ ਨਹੀਂ ਪੈ ਰਹੀ। ਇੰਨੇ ਵਿੱਚ ਤੇ ਪਤਾ ਨਹੀਂ ਕੀ ਕੁਝ ਹੋ ਜਾਵੇ। ਇੱਕ ਯੁੱਗ ਬਦਲਣਾ ਕੋਈ ਛੋਟੀ ਜਿਹੀ ਗੱਲ ਨਹੀਂ ਹੁੰਦੀ। ਉਹਨਾਂ ਬੰਦੇ ਦਾ ਆਉਣਾ, ਉਹਨਾਂ ਦਾ ਖਾਣਾ ਦਾਣਾ ਆਉਣਾ ਰੋਕ ਕੇ, ਜਿਨ੍ਹਾਂ ਦਾ ਇੱਕ ਯੁੱਗ ਬਾਅਦ ਆਉਣਾ ਸੀ ਖਾਣਾ ਦਾਣਾ, ਜਿਨ੍ਹਾਂ ਬੰਦਿਆਂ ਨੇ ਉਹਨੂੰ ਪਹਿਲਾਂ ਲੈਣ ਦਾ ਦੂਜਿਆਂ ਨੂੰ ਪਿੱਛੇ ਕਰਤਾ। ਇਹ ਭਗਵਾਨ ਕ੍ਰਿਸ਼ਨ ਨਹੀਂ ਸੀ ਕਰ ਸਕਦਾ, ਕਰ ਸਕਦਾ ਸੀ। ਉਹ ਗੌਤਮ ਰਿਸ਼ੀ ਨੂੰ ਘੱਟ ਨਹੀਂ ਸੀ। ਗੌਤਮ ਰਿਸ਼ੀ ਕੋਲ ਭਗਤੀ ਦੀ ਸ਼ਕਤੀ ਸੀ, ਤੇ ਭਗਵਾਨ ਕ੍ਰਿਸ਼ਨ ਕੋਲ ਭਗਤੀ ਦੀ ਸ਼ਕਤੀ ਨਹੀਂ ਸੀ। ਇਹ ਰੱਬ ਤੋਂ ਲੈ ਕੇ, ਖੁਦਾ ਤੋਂ ਸ਼ਕਤੀ ਲੈ ਕੇ ਆਇਆ ਸੀ। ਇੱਕ ਸ਼ਕਤੀ ਨਹੀਂ, 14 ਸ਼ਕਤੀਆਂ 16 ਸ਼ਕਤੀਆਂ ਲੈ ਕੇ ਆਇਆ ਸੀ। ਯੁੱਗ ਨੂੰ ਟਾਲ ਨਹੀਂ ਸੀ ਜਾਂਦਾ, ਪਰ ਕਿਹਾ ਹੀ ਨਹੀਂ ਧ੍ਰਿਸ਼ਟਰਾਸ਼ਟਰ ਨੇ। ਜਦੋਂ 100 ਪੁੱਤਰ ਮਰਿਆ ਤੇ ਆਤਮਾ ਦੁਖੀ, ਮਨ ਦੁਖਿਆ, ਫਿਰ ਪੁੱਛਿਆ ਭਗਵਾਨ ਜੀ ਇਹ ਕਿਹੜੇ ਕਰਮ ਦਾ ਬੀਜ ਆ? ਗੱਲ ਆਪਾਂ ਕਰਦੇ ਪਾਪ ਬੀਜ, ਪਾਪਾਂ ਦੇ ਬੀਜ ਦੀ, ਵੀ ਪਾਪਾਂ ਦਾ ਬੀਜ ਜਿਹੜਾ ਉਹਨੂੰ ਉਸੇ ਕਾਰਨ ਅਸੀਂ ਦੁੱਖ ਭੋਗ ਰਹੇ ਹਾਂ। ਇਹ ਫਲ ਆ ਦੁੱਖ। ਅਸੀਂ ਫਲ ਬਾਜ਼ਾਰ 'ਚ ਲਿਆਉਣੇ ਤੇ ਸਵਾਦ ਵਾਸਤੇ ਲਿਆਉਣੇ ਨਾ, ਵੀ ਸਾਡੇ ਅੰਦਰ ਤਾਕਤ ਬਣੇ ਤੇ ਸਵਾਦ ਲੱਗੇ, ਪੇਟ ਵੀ ਭਰ ਜਾਵੇ, ਜੀਭ ਦਾ ਰਸ ਵੀ ਹੋਵੇ, ਔਰ ਪੇਟ ਵੀ ਭਰ ਜਾਵੇ। ਕਈ ਕਾਰਨ ਫਲ ਖਾਂਦੇ। ਹੁਣ ਜਿਹੜਾ ਅਸੀਂ ਪਾਪ ਕਰਮ ਕੀਤਾ, ਜਿਹੜਾ ਬੀਜ ਬੀਜਿਆ, ਉਹਨੂੰ ਫਲ ਤੈਨੂੰ ਦੁੱਖ ਦਾ ਲੱਗਣਾ ਸੀ, ਤੇ ਖਾਊਗਾ ਕੌਣ? ਸਾਨੂੰ ਖਾਣਾ ਪੈਣਾ ਨਾ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਥੋੜਾ ਪਿੱਛੇ ਨੂੰ ਚੱਲ, ਪਿਛਲੇ ਜਨਮਾਂ ਵੱਲ ਝਾਤ ਮਾਰ ਥੋੜੀ ਜਿਹੀ। ਕਹਿੰਦਾ ਜੀ 100 ਸਾਲ ਤੱਕ, 100 ਜਨਮ ਤੱਕ ਮੇਰੀ ਨਿਗਾਹ ਜਾਂਦੀ ਹੈ ਪਿੱਛੇ। ਪਿਛਲੇ ਜਨਮਾਂ 'ਚ 100 ਸਾਲ ਤੱਕ, 100 ਜਨਮਾਂ ਤੱਕ ਮੇਰੀ ਨਿਗਾਹ ਜਾਂਦੀ, ਕੋਈ ਪਾਪ ਕਰਮ ਨਹੀਂ ਕੀਤਾ। ਜਿਹੜੇ ਨਿੱਕੇ ਮੋਟੇ ਹੋਏ, ਕੋਈ ਤੇ ਅਚੇਤ ਪਾਪ ਹੋਏ, ਜਿਹਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਨਰ ਅਚੇਤ ਪਾਪ ਤੇ ਡਰ ਰਹੇ। ਦੇਖੀ ਕਿਤੇ ਭੁੱਲ ਭੁਲੇਖੇ ਵੀ ਤੇਰੇ ਕੋਲ ਛੋਟਾ ਮੋਟਾ ਪਾਪ ਨਾ ਹੋ ਜਾਏ, ਇਹ ਤੋਂ ਡਰ ਕੇ ਬਚ ਕੇ ਰਹੇ। ਕਹਿੰਦਾ ਛੋਟੇ ਮੋਟੇ ਜਿਹੜੇ ਕੋਈ ਹੋਏ ਹੋਣਗੇ ਉਹ ਸਾਰੇ ਨਾਲ ਦੇ ਨਾਲ ਖਤਮ ਹੋ ਗਏ, ਪਹਿਲ ਬੰਦਗੀ ਦੇ ਨਾਲ। ਜਿਸ ਤਰ੍ਹਾਂ ਵੀ ਹੁਣ 100 ਸਾਲ ਤੱਕ, 100 ਜਨਮ ਤੱਕ ਮੈਨੂੰ ਪਾਪ ਨਹੀਂ ਕੋਈ ਦਿਸ ਰਿਹਾ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਥੋੜਾ ਜਿਹਾ ਪਿੱਛੇ ਚਲੇ ਜਾ, 100 ਤੋਂ ਉੱਪਰ ਚਲੇ ਜਾ। ਕਹਿਣ ਲੱਗਾ ਨਹੀਂ ਜਾਂਦੀ ਨਿਗਾਹ, ਉੱਥੋਂ ਤੱਕ ਮੇਰੀ ਸਮਰੱਥਾ ਨੇ। ਤੁਸੀਂ ਸਮਰੱਥ ਜੇ, ਤੁਸੀਂ ਕਿਰਪਾ ਕਰਕੇ ਮੇਰੀ ਨਿਗਾਹ ਨੂੰ ਪਿੱਛੇ ਲੈ ਜਾਓ। 16 ਕਲਾ ਅਵਤਾਰ ਸੀ ਪਿਆਰਿਓ, ਰੱਬੀ ਜੋਤ ਸੀਗੀ। ਉਹਨਾਂ ਦੀ ਸ਼ਕਤੀ ਨਾਲ 106 ਜਨਮ ਪਿੱਛੇ ਚਲੇ ਗਏ। 105 ਜਨਮ ਵਿੱਚ ਤੇ 106 ਜਨਮ ਵਿੱਚ
ਦੋ ਪਾਪ ਵਜਰ ਪਾਪ ਉਹ ਜਿਹੜੇ ਮਾਫ ਨਹੀਂ ਹੋ ਸਕੇ। 100 ਹੰਸਾਂ ਦਾ ਬੱਚਾ ਖਾ ਲਿਆ। ਅਸੀਂ ਵੀ ਜੀਵ ਦੇ ਰਸ ਨਾਲ ਜੀਵਨ ਮਾਰ ਕੇ ਖਾਣੇ ਨਾ। ਯਾਦ ਰੱਖਣ ਵਾਲੀ ਪਿਆਰਿਓ ਗੱਲ, ਬਹੁਤ ਵੱਡਾ ਰੱਬੀ ਗੁਣ ਹੈ। ਪਾਤਸ਼ਾਹ ਸਾਨੂੰ ਅੱਜ ਬਖਸ਼ ਕਰਦੇ, ਪਾਪਾਂ ਦੀ ਮੈਲ ਤੋਂ ਬਚ ਜਾਵਾਂਗੇ। ਉਹਨੇ ਤੇ 100 ਬੱਚਾ ਖਾਧਾ। ਅਸੀਂ ਪਤਾ ਨਹੀਂ ਕਿ ਕਿੰਨੇ ਕੁ ਜੀਵਾਂ ਦੀ ਹੱਤਿਆ ਕਰ ਦਿੱਤੀ। ਆਪਣੇ ਬੱਚੇ ਦੀ ਖੁਸ਼ੀ ਵਾਸਤੇ ਪਤਾ ਨਹੀਂ ਕਿੰਨੇ ਕੁ ਜੀਵ ਮਾਰਤੇ। ਕਿਹਨੂੰ ਭਾਲ ਭੋਗਣਾ ਪਊਗਾ? ਉਹ ਬੱਚੇ ਨੂੰ ਨਹੀਂ ਭੋਗਣਾ ਪੈਣਾ, ਸਾਨੂੰ ਭੋਗਣਾ ਪੈਣਾ। ਪਤ ਕਬੀਰ ਸਾਹਿਬ ਬੈਠੇ ਨੇ ਗੁਰੂ ਨਾਨਕ ਸਾਹਿਬ ਦੇ ਕੋਲ। ਇਹ ਕਹਿੰਦੇ ਮਨ ਮੇਰੇ, ਆਪਣੇ ਮਨ ਨੂੰ ਕਹਿੰਦੇ ਨੇ ਆਵਾਜ਼ ਦੇ ਕੇ, ਉੱਚੀ ਆਵਾਜ਼ ਨਾਲ, ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਬੇਰਾ ਤੇਰੇ ਜੀ ਪਹਿਲੇ ਜੇ। ਕਹਿੰਦੇ ਸਾਬਤਾ ਤੇਰੇ ਮਨਾ ਤੈਨੂੰ ਦੇਣਾ ਪੈਣਾ ਹੈ। ਪਾਪ ਕਰਮ ਬੀਜੇਗਾ ਬੀਜ, ਉਹ ਉਹਨਾਂ ਦਾ ਫਲ ਜਿਹੜਾ ਦੁੱਖ ਤੈਨੂੰ ਭੋਗਣਾ ਪੈਣਾ, ਦੁੱਖ ਤੈਨੂੰ ਫਲ ਖਾਣਾ ਪੈਣਾ। 105 ਜਨਮ ਵਿੱਚ ਅੱਕ ਦਾ ਡਿੱਡਾ ਹੁੰਦਾ ਪੈਰੋਂ, ਰੰਗ ਬਰੰਗਾ ਜਿਹਾ ਬਹੁਤ ਸੋਹਣਾ ਲੱਗਦਾ, ਹਰਜੇ ਰੰਗ ਦਾ ਹੁੰਦਾ। ਉਹਦੀ ਅੱਖਾਂ ਵਿੱਚ ਸੂਲ ਕੱਢ ਦਿੱਤੀ, ਦੋਨਾਂ ਅੱਖਾਂ ਵਿੱਚ। ਪਾਪ ਕਰਮ ਬੀਜਿਆਗਾ, ਜਨਮ ਤੋਂ ਅੰਨਾ ਹੋ ਗਿਆ। 100 ਬੱਚਾ ਖਾ ਗਿਆ ਹੰਸ ਹੰਸਣੀ ਦਾ, 100 ਬੱਚਾ ਸਾਹਮਣੇ ਮਰ ਗਿਆ। ਕਥਾ ਲੰਬੀ ਹੁੰਦੀ ਜਾਂਦੀ, ਪਾਤਸ਼ਾਹ ਕਿਰਪਾ ਕਰੇ। ਬੀਜੇ ਹੋਏ ਕਰਮ ਪਰ ਬੀਜ ਚੰਗਾ ਬੀਜ ਲਈ, ਦਾਨ ਪੁੰਨ ਵਾਲਾ, ਸੇਵਾ ਸਿਮਰਨ ਵਾਲਾ, ਭਲੇ ਵਾਲਾ ਬੀਜ ਬੀਜ ਲਈਏ, ਤਾਂ ਕਿ ਜੇ ਜ਼ਿਆਦਾ ਨਹੀਂ ਤੇ ਮਨੁੱਖ ਜਨਮ ਤੇ ਦੁਬਾਰੇ ਮਿਲ ਜਾਵੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੀਆਂ ਹੋਈਆਂ, ਭੁੱਲਾਂ ਦੀ ਖਿਮਾ ਬਖਸ਼ ਕਰਦੇ। ਜੋ ਪਾਤਸ਼ਾਹ ਸਾਨੂੰ ਮਨ ਦੀ ਮੈਲ ਧੋਣ ਦੇ ਢੰਗ ਤਰੀਕੇ ਦੱਸਦੇ ਆ, ਵਿਸ਼ਵਾਸ ਕਰਕੇ ਉਹਨਾਂ ਨੂੰ ਸੁਣਾਂਗੇ, ਮਨ ਵਿੱਚ ਰੱਖਾਂਗੇ ਤੇ ਜ਼ਰੂਰ ਸਾਡੇ ਮਨ ਦੀ ਮੈਲ ਧੋਵੇ। ਕੱਲ੍ਹ ਨੂੰ ਜੋ ਆਪਣੇ ਤੇ ਪਾਤਸ਼ਾਹ ਕਿਰਪਾ ਕਰਨਗੇ, ਉਹ ਜੀ ਆਪਾਂ ਕੱਲ੍ਹ ਨੂੰ ਵਿਚਾਰ ਕਰ ਲਵਾਂਗੇ। ਆਓ ਹੁਣ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਪਿੰਡ ਦੇ ਭਲੇ ਵਾਸਤੇ, ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।